सो टुडे ਅਸੀਂ ਡਿਸਕਸ ਕਰਾਂਗੇ ਸਿੰਗਲ ਸਲੋਪ ਐਨਾਲੌਗ ਟੂ ਡਿਜੀਟਲ ਕਨਵਰਟਰ ਕੀ ਹੁੰਦੇ, ਫਿਰ ਸਿੰਗਲ ਸਲੋਪ ਤੋਂ ਬਾਅਦ ਅਸੀਂ ਡੂਅਲ ਸਲੋਪ ਤੇ ਫਿਰ ਸਕਸੈਸਿਵ ਅਪਰੋਕਸੀਮੇਸ਼ਨ। ਬੜੀ ਛੋਟੀ ਛੋਟੀਆਂ ਗੱਲਾਂ ਅਸੀਂ ਇਹਨਾਂ ਨੂੰ ਕਵਰ ਕਰਦੇ। ਪਰ ਬਿਫੋਰ ਯੂ ਕੈਨ ਅੰਡਰਸਟੈਂਡ ਸਿੰਗਲ ਸਲੋਪ ਐਨਾਲੌਗ ਟੂ ਡਿਜੀਟਲ ਕਨਵਰਟਰ, ਇੱਕ ਛੋਟਾ ਜਿਹਾ ਸਰਕਟ ਜਿਹਨੂੰ ਅਸੀਂ ਕਹਿੰਦੇ ਹਾਂ ਇੰਟੀਗ੍ਰੇਟਰ, ਇਹ ਸਾਨੂੰ ਸਟੱਡੀ ਕਰਨਾ ਚਾਹੀਦਾ। ਇੰਟੀਗ੍ਰੇਟਰ ਨੂੰ ਮੈਂ ਆਪਰੇਸ਼ਨਲ ਐਂਪਲੀਫਾਇਰ 'ਚ ਜਾ ਕੇ ਡਿਟੇਲ 'ਚ ਡਿਸਕਸ ਕਰਾਂਗਾ। ਡਿਟੇਲ ਕੀ ਹੈ ਛੋਟਾ ਜਿਹਾ, ਲੇਕਿਨ ਇੰਨਾ ਕੁ ਯਾਦ ਰੱਖੋ ਕਿ ਇਹ ਇੱਕ ਡਿਵਾਈਸ ਹੈ ਜਿਹਨੂੰ ਆਪਰੇਸ਼ਨਲ ਐਂਪਲੀਫਾਇਰ ਕਹਿੰਦੇ। ਅਗਰ ਮੈਂ ਇਹਦੇ ਇਸ ਸਰਕਟ, ਇਹਦੇ ਫੀਡਬੈਕ ਨੈਟਵਰਕ 'ਚ ਇੱਕ ਕਪੈਸਿਟਰ ਲਗਾ ਦਾਂ, ਇੱਥੇ ਆਰ ਤੇ ਇੱਥੇ ਸੀ ਲਗਾ ਦਾਂ, ਇੱਥੇ ਵੀ ਇਨਪੁਟ ਵੋਲਟੇਜ ਦੇਵਾਂ ਅਤੇ ਆਊਟਪੁੱਟ ਵੋਲਟੇਜ ਜਿਹੜੀ ਹੈ ਨਾ ਉਹ ਪ੍ਰਪੋਰਸ਼ਨਲ ਟੂ ਇੰਟੀਗ੍ਰੇਸ਼ਨ ਆਫ ਇਨਪੁੱਟ ਵੋਲਟੇਜ ਹੁੰਦੀ ਹੈ। ਠੀਕ ਹੈ, ਇਸ ਸਰਕਟ ਨੂੰ ਕਹਿੰਦੇ ਆ ਇੰਟੀਗ੍ਰੇਟਰ। मतलब आउटपुट इज़ प्रोपोर्शनल टू इंटीग्रेशन ऑफ दी इनपुट वोल्टेज। आउटपुट जी है दैट इज़ इक्वल टू -1/RC इंटीग्रेशन ऑफ V इनपुट DT, समथिंग लाइक दिस। ठीक है, तो बेसिकली कैपेसिटर चार्ज हो रहा है तो वो इतने वोल्टेज जनरेट हो रही है। इज़ दैट ओके? तो इस सर्किट को कहते हैं इंटीग्रेटर। इंटीग्रेटर ਨੂੰ यूज़ करके मैं सिंगल स्लोप ADC बना सकता। ਤੁਸੀਂ ਉਸ ਦਿਨ ਦੇਖਿਆ, ਤੁਸੀਂ ਇਨਪੁਟ ਵੋਲਟੇਜ ਦੇ ਕੇ ਤੇ ਉਹਨੂੰ ਫੀਡ ਕਰਦੇ ਸੀ ਕੰਪੈਰੇਟਰ ਨੂੰ, ਤੇ ਕੰਪੈਰੇਟਰ ਬੇਸਿਕਲੀ ਕੀ ਸਰਕਟ ਸੀ। ਕੰਪੈਰੇਟਰ ਦੋ ਵੋਲਟੇਜਸ ਨੂੰ ਰਿਸੀਵ ਕਰਦਾ ਤੇ ਉਹਦੀ ਆਊਟਪੁੱਟ ਵੋਲਟੇਜ ਅਗਰ ਲੈਟਸ ਸੇ V ਇਨਪੁਟ ਇਜ਼ ਗ੍ਰੇਟਰ ਦੈਨ V ਰੈਫਰੈਂਸ, अगर यह ज़्यादा है तो मान लो पॉजिटिव नैगेटिव दिता है, अगर यह ज़्यादा है तो मेरे को आउटपुट वोल्टेज जी है वो प्लस सैचूरेशन वोल्टेज तक पहुँच जाती, +10 वोल्ट कह लो। तो जे V इनपुट लैस दैन V रैफरेंस है तो -10 थे, उन्होंने मैं लॉजिक 1 तो लॉजिक 0 कहता सी। तो V रैफरेंस कितों आ रही सी, एक असी काउंटर सर्किट लिता, एक ऑसीलेटर लिता। ऑसीलेटर सर्किट ने काउंटर नूं फीड किया, काउंटर ਦੀਆਂ ਜਿਹੜੀਆਂ ਆਊਟਪੁੱਟ ਆਈਆਂ ਉਹ ਅਸੀਂ ਇੱਕ ਡਿਜੀਟਲ ਟੂ ਐਨਾਲੌਗ ਕਨਵਰਟਰ ਨੂੰ ਦੇਤੀਆਂ। ਇਹਨੇ ਇੱਕ ਵੋਲਟੇਜ ਜਨਰੇਟ ਕਰਤੀ ਡਿਜੀਟਲ ਵੈਲਿਊਜ਼ ਦੇ ਅਕੋਰਡਿੰਗ, ਉਹ ਇਹਨੂੰ ਦੇਤੀ ਰੈਫਰੈਂਸ। तो शुरू से 0000 ਦੀ 0 वोल्ट आई, 0001 लेट से 1 वोल्ट आ गई, फिर 2 3 4। तो V इनपुट ਜਿਹੜੀ ਹੈ ਉਹ ਜਿਹੜੀ ਰੈਫਰੈਂਸ ਵੋਲਟੇਜ ਹੋ ਰਹੀ ਹੈ ਉਹਦੇ ਨਾਲ ਕੰਪੇਅਰ ਹੁੰਦਾ ਹੈ। ਤੇ ਜਦੋਂ ਇੱਥੇ ਸਾਡੇ ਕੋਲ ਜਦ ਤੱਕ V ਇਨਪੁਟ ਗ੍ਰੇਟਰ ਦੈਨ V ਰੈਫਰੈਂਸ ਰਹਿੰਦੀ ਹੈ, ਇਹ ਕਾਊਂਟਰ ਨੂੰ ਚਲਾਉਂਦਾ ਰਹਿੰਦਾ ਹੈ ਤੇ ਵੋਲਟੇਜ ਵੱਧਦੀ ਰਹਿੰਦੀ ਹੈ। ਜਦੋਂ ਹੀ V ਇਨਪੁਟ ਇਕੁਅਲ ਟੂ V ਰੈਫਰੈਂਸ ਜਾਂ ਲੈਸ ਦੈਨ V ਰੈਫਰੈਂਸ ਰਹਿ ਜਾਂਦੀ ਹੈ, ਯਾਨੀ ਕਿ ਇੱਥੇ ਸਾਨੂੰ ਸਟਾਪ ਕਰਨਾ ਹੈ, ਇੱਥੇ 0 ਆ ਜਾਂਦਾ ਤੇ ਕਾਊਂਟਰ ਰੁਕ ਜਾਂਦਾ ਤੇ ਇਹ ਫਾਈਨਲ ਡਿਸਪਲੇ ਸਾਡੇ ਕੋਲ ਜਨਰੇਟ ਹੋ ਜਾਂਦਾ ਹੈ ਨਾ। ਤੋ ਇਹ ਸਾਡੇ ਕੋਲ ਸੀ, ਲੇਕਿਨ ਇਹਦੇ 'ਚ ਤੁਸੀਂ ਦੇਖ ਰਹੇ ਹੋ, ਤੁਸੀਂ ਸਟੈਪਸ ਨਾਲ ਕੰਪੇਅਰ ਕਰ ਰਹੇ ਹੋ। ਤੋ ਦਿਸ ਇਜ਼ ਬੇਸਿਕਲੀ ਰੈਜ਼ੋਲਿਊਸ਼ਨ, ਇੱਕ ਸਟੈਪ ਦੀ ਹਾਈਟ। ਇਹਦੇ ਵਿਚਕਾਰ ਨੂੰ ਕੰਪੇਅਰ ਨਹੀਂ ਕਰ ਪਾ ਰਹੇ। ਜੇ ਮੈਂ ਉਹਨੂੰ ਇੱਕ ਇੰਟੀਗ੍ਰੇਟਰ ਨੂੰ ਦੇ ਦਾਂ, ਇਹੀ ਵੋਲਟੇਜ ਜਿਹੜੀ ਹੈ ਮੈਂ ਇੰਟੀਗ੍ਰੇਟਰ ਨੂੰ ਦੇ ਦਾਂ ਇਨਪੁਟ ਵੋਲਟੇਜ, ਤੇ ਇਨਪੁਟ ਵੋਲਟੇਜ ਰੈਫਰੈਂਸ ਵੋਲਟੇਜ ਨਾਲ ਚੱਲਦੀ ਰਹੇ ਤੇ ਇਹ ਇਟ ਵਿਲ ਕ੍ਰੀਏਟ ਅ ਸਲੋਪ rather than steps, it will create a slope that would be a bit better than comparing it to digital steps. Do you get that? ਤੁਸੀਂ ਇਹਨੂੰ ਹੋਰ ਛੋਟੇ ਸਟੈਪ ਹੀ ਤੇ ਗਿਣ ਸਕਦੇ ਹੋ। ਸਲੋਪ ਨੂੰ ਤੁਸੀਂ ਕਹਿ ਸਕਦੇ ਹੋ ਤੁਸੀਂ ਰੈਜ਼ੋਲਿਊਸ਼ਨ ਇੰਪਰੂਵ ਕਰ ਲਿਆ, isn't it? This is one part of it. ਲੇਕਿਨ ਉਹਦੇ ਨਾਲੋਂ ਵੀ ਵਧੀਆ ਚੀਜ਼ ਹੈਗੀ ਹੈ ਇੱਕ ਡੂਅਲ ਸਲੋਪ, ਜਿਹੜਾ ਕਿ ਮੇਨ ਮੈਂ ਅੱਜ ਕਰਨ ਲੱਗਾ। ਤੋ ਡੂਅਲ ਸਲੋਪ ADC ਕਿਸ ਤਰ੍ਹਾਂ ਕਰੀਏ। ਸਾਡੇ ਕੋਲ ਓਬਵੀਅਸਲੀ ਇੱਕ ਇਨਪੁਟ ਵੋਲਟੇਜ ਹੋਏਗੀ ਜਿਹਦੀ, ਜਾਂ ਐਨਾਲੌਗ ਵੋਲਟੇਜ ਕਹਿ ਲੈਂਦੇ ਆ, ਐਨਾਲੌਗ ਵੋਲਟੇਜ ਹੈ ਜਿਹਨੂੰ ਤੁਸੀਂ ਕੰਪੇਅਰ ਕਰਨਾ। ਇਹ ਐਨਾਲੌਗ ਵੋਲਟੇਜ ਤੁਹਾਡੇ ਕੋਲ ਜਾ ਰਹੀ ਹੈ, ਠੀਕ ਹੈ, ਅਤੇ ਇੱਕ ਤੁਹਾਡੇ ਕੋਲ ਨਾ ਰੈਫਰੈਂਸ ਵੋਲਟੇਜ ਹੈਗੀ ਹੈ, ਰੈਫਰੈਂਸ ਵੋਲਟੇਜ ਹੈਗੀ ਹੈ। ਇਹ ਰੈਫਰੈਂਸ ਵੋਲਟੇਜ ਨੂੰ ਇੱਕ ਮੈਂ ਲੌਜੀਕਲ ਸਵਿਚ ਨੂੰ ਦਿੱਤਾ ਹੋਇਆ। ਇਹ ਮੇਰੇ ਕੋਲ ਇੱਕ ਲੌਜੀਕਲ ਸਵਿਚ ਹੈਗਾ। ਲੌਜੀਕਲ ਸਵਿਚ ਕੀ ਕਰਦਾ ਇਹ ਬਾਅਦ ਸੋਚਦੇ ਹਾਂ, ਪਰ ਇਹਦੀ ਇਨਪੁਟ ਹੈ ਜਾਂ ਤਾਂ V ਐਨਾਲੌਗ ਨਾਲ ਜੁੜ ਜਾਏਗਾ ਜਾਂ V ਰੈਫਰੈਂਸ ਨਾਲ ਜੁੜ ਜਾਏਗਾ। ਠੀਕ ਹੈ, ਤਾਂ ਬੇਸਿਕਲੀ ਤੁਸੀਂ ਇਹਨੂੰ 2x1 ਸਵਿਚ ਕਹਿ ਸਕਦੇ ਹੋ, ਹੈ ਨਾ। ਦੋ ਇਨਪੁਟ ਹੈ, ਇੱਕ ਆਊਟਪੁੱਟ, ਇੱਕ ਦੇ ਨਾਲ ਜੁੜਨਾ, ਕਿਹਦੇ ਨਾਲ ਜੁੜਨਾ, ਕਿਹਦੇ ਨਾਲ, 2 ਵੇ ਕੀ ਜਿਹਨੂੰ ਅਸੀਂ ਕਹਿੰਦੇ ਹਾਂ। ਠੀਕ ਹੈ, ਇਹ ਅੱਗੇ ਮੇਰੇ ਕੋਲ ਇੱਕ ਕੰਪੈਰੇਟਰ ਨੂੰ ਇੱਕ ਇੰਟੀਗ੍ਰੇਟਰ ਨੂੰ ਜਾ ਰਹੀ ਹੈ, ਨੈਗੇਟਿਵ ਪੋਜ਼ਿਟਿਵ, ਇਹਨੂੰ ਮੈਂ ਗਰਾਊਂਡ ਕਰਤਾ। ਠੀਕ ਹੈ, ਇਹ ਜਿਹੜੀ ਮੇਰੀ ਵੋਲਟੇਜ ਹੈ ਨਾ, ਇਹ ਅੱਗੇ ਮੈਂ ਇੱਕ ऑसीलेटर ला लें। ऑसीलेटर की करता पे
ਸਕੇਅਰ ਪਲਸ ਜਨਰੇਟ ਕਰਦਾ ਪਿਆ ਤੇ ऑसीलेटर ਦੀ ਆਊਟਪੁੱਟ ਜਿਹੜੀ ਹੈ ਮੈਂ ਇੱਕ ਡਿਜੀਟਲ ਟੂ ਐਨਾਲੌਗ ਇੱਕ ਕਾਊਂਟਰ ਨੂੰ ਦੇ ਦਿੰਦਾ। ਇਹ ਕਾਊਂਟਰ ਜਿਹੜਾ ਹੈ ਇਹ ਆਊਟਪੁੱਟ ਜਨਰੇਟ ਕਰਦਾ ਪਿਆ ਜਿਹੜੀ ਕਿ ਜਾ ਰਹੀ ਹੈ ਇੱਕ ਡਿਜੀਟਲ ਟੂ ਐਨਾਲੌਗ ਕਨਵਰਟਰ ਕੋ। ਇਹ ਡਿਜੀਟਲ ਟੂ ਐਨਾਲੌਗ ਕਨਵਰਟਰ ਜਿਹੜਾ ਹੈ ਇੱਕ ਇੱਥੇ ਮੇਰੇ ਕੋਲ ਹੋਰ ਲੌਜਿਕ ਸਰਕਟ ਹੈਗਾ, ਲੌਜਿਕ ਸਰਕਟ ਹੈਗਾ। ਇਹੀ ਮੇਰੇ ਕੋਲ ਨਾਲ ਦਿਸ ਇਜ਼ ਬੇਸਿਕਲੀ ਇੱਥੇ ਤੁਸੀਂ ਡਿਸਪਲੇ ਲੈ ਸਕਦੇ ਹੋ ਤਾਂ ਕਿ ਤੁਹਾਡੇ ਕੋਲ ਜੋ ਆਊਟਪੁੱਟ ਆਈ ਹੈ ਉਹ ਤੁਸੀਂ ਦੇਖ ਵੀ ਪਾਓ। ਠੀਕ ਹੈ, ਇਹ ਜਿਹੜੀ ਡਿਜੀਟਲ ਟੂ ਐਨਾਲੌਗ ਕਨਵਰਟਰ ਹੈ ਲੌਜੀਕਲ ਸਰਕਟ ਕੋਲ ਚੱਲਦੀ ਪਈ ਹੈ। ਇਜ਼ ਇਟ ਓਕੇ? ਰੈਫਰੈਂਸ ਵੋਲਟੇਜ ਮੈਂ ਫਿਕਸ ਦਿੱਤੀ ਹੈ। ਮੈਂ ਹੁਣ ਇਸ ਸਰਕਟ ਨੂੰ ਇਹ 'ਚ ਕੀ ਹੋਣਾ ਕੀ ਨਹੀਂ ਹੋਣਾ ਉਹਨੂੰ ਸਮਝਣ ਲਈ ਪਹਿਲੇ ਇੱਕ ਐਗਜ਼ਾਮਪਲ ਕ੍ਰੀਏਟ ਕਰ ਲੈਣਾ। ਠੀਕ ਹੈ, ਮੇਰੇ ਕੋਲ ਨਾ ਠੀਕ ਹੈ, ਲੈਟਸ ਸੇ ਮੇਰੇ ਕੋਲ ਨਾ ਇੱਕ ਬਾਲਟੀ ਹੈ। ਠੀਕ ਹੈ, ਤੇ ਮੈਂ ਦੇਖਣਾ ਚਾਹਨਾ ਕਿ ਇਹਦੇ 'ਚ ਨਾ ਜਿਹੜਾ ਪਿੱਛੋਂ ਇਨਪੁੱਟ ਤੋਂ ਟੈਪ ਤੋਂ ਪਾਣੀ ਆ ਰਿਹਾ ਹੈ ਉਹ ਟੈਪ ਦਾ ਪਾਣੀ ਦਾ ਰੇਟ ਆਫ ਫਲੋ ਕੀ ਹੈਗਾ। ठीक है, रेट ऑफ फ्लो की है, डू यू गेट दैट? रेट ऑफ फ्लो की है मैं ये देखना चाहना। मैं पता की करना, मैं करना इस तरह करिए कि एक फिक्सड टाइम तक पहले इनू बाल्टी नू भरन दें, अपनी क्लॉक चला दें 0000 तो 1111 तक, तो बाल्टी जी है वो पानी भर ले जिन्ना भरना। अगर बाल्टी चो अगर टैप चो पानी घट आ रहा है तो टाइम उन्ना ही लगा है, टाइम फिक्स टाइम है। तो अगर पानी ज़्यादा आ रहा है तो उन्ना ही टाइम से ज़्यादा पानी इकट्ठा हो जाएगा, अगर पानी थोड़ा थोड़ा आ रहा है तो उन्ना ही टाइम से पानी थोड़ा इकट्ठा होएगा। ठीक है, तो पानी कितना इकट्ठा होया यह बेसिकली डिपेंड करेगा कि पिछों कितनी सप्लाई है। इज़ दैट ओके? पर ये नाल अंदर एक होल भी है। ਹੁਣ ਕੀ ਕਰਨਾ, ਜਦੋਂ 0000 ਤੋਂ 1111 ਤੱਕ ਆ ਗਿਆ ਤੇ ਇਹਦੇ 'ਚ ਪਾਣੀ ਇਕੱਠਾ ਹੋ ਗਿਆ ਤੇ ਕਪੈਸਿਟਰ ਦੇ ਕੰਟੈਕਸ਼ਨ ਨੂੰ ਤੁਸੀਂ ਕਹਿ ਦਿਓ ਜਿਹਦੀ ਚਾਰਜਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਦੁਬਾਰਾ 0000 ਆ ਜਾਣਾ ਨਾ ਤੇ ਹੁਣ ਤੁਸੀਂ ਹੋਲ ਨੂੰ ਖੋਲ ਦਿਓ, ਹੋਲ ਖੋਲ ਦਿਓ ਤਾਂ ਪਾਣੀ ਜਿੰਨਾ ਵੀ ਡਿਸਚਾਰਜ ਇਹਦੇ 'ਚ ਇਕੱਠਾ ਆਇਆ ਹੈ ਉਹ ਡਿਸਚਾਰਜ ਹੋਏਗਾ। ਤੇ ਇਹ ਨੋਟ ਕਰ ਲਓ ਕਿ ਇਹਨੂੰ ਡਿਸਚਾਰਜ ਹੋਣ 'ਚ ਕਿੰਨਾ ਟਾਈਮ ਲੱਗਦਾ। ਅਗਰ ਪਾਣੀ ਜ਼ਿਆਦਾ ਆ ਰਿਹਾ ਸੀ, ਅਗਰ ਪਾਣੀ ज़्यादा आ रहा सी तो इतने ज़्यादा इकट्ठा हो गया है, अगर इतने ज़्यादा इकट्ठा हो गया है तो डिस्चार्ज होने उन्ना ही ज़्यादा टाइम लग जाएगा। ठीक है, तो वो जे ज़्यादा टाइम जिन्नी भी ज़्यादा इतने वैल्यू फाइनल आएगी टोटल डिस्चार्ज होने वो ये प्रपोर्शनल होएगा। अगर पानी बहुत थोड़ा थोड़ा आ रहा सी तो थोड़ा जहा पानी इकट्ठा होया तो थोड़े टाइम से यह डिस्चार्ज हो गया तो इतने रीडिंग थोड़ी रह गई। अगर इतों ज़्यादा पानी आ रहा है तो इन्हें ज़्यादा पानी इकट्ठा कर लिया तो फिर उन्होंने डिस्चार्ज होने ज़्यादा टाइम लग गया, इतने रीडिंग ज़्यादा आ गई। तो इतने जी फाइनल डिजिटल रीडिंग आ रही है वो प्रपोर्शनल लगी है सप्लाई ने यही। तो एक रैफरेंस हैगी है तो एक एनालॉग। तुसीं की करो एनालॉग ना जोड़ दो इनू, यदी इंटीग्रेशन होनी शुरू होगी, इंटीग्रेशन होनी शुरू होगी, आउटपुट वोल्टेज जनरेट होगी। ठीक है, वो आउटपुट वोल्टेज जी है ना वो काउंटर सर्किट में चलाई जा रही है, मतलब वो आउटपुट वोल्टेज इधरों काउंटर चली जाना इधर लॉजिक इनू भी कंट्रोल करता है कि काउंटर चलेगा कि नहीं चलेगा। ठीक है ना, तो फिक्स टाइम तक इनू चार्जिंग होने दी, इन्हें वोल्टेज जनरेट कर ली। कितनी वोल्टेज जनरेट कर ली? -1/RC इंटीग्रेशन V इनपुट डी टी। तो ये क्योंकि नैगेटिव नू दिता है ना तो इन्हें नैगेटिव चार्ज इस तरह कर लो, यदा स्लोप आ गया, यह वोल्टेज इस तरह आ रही है आउटपुट वोल्टेज विद द प्रोसेस विद द पैसेज ऑफ टाइम। मेरे को V इनपुट कॉन्सटेंट हैगी ना, एनालॉग कह लो, तो एनालॉग कॉन्सटेंट हैगी है, कॉन्सटेंट वैल्यू 3 वोल्ट 4 वोल्ट 5 वोल्ट। ठीक है, जी भी कॉन्सटेंट वैल्यू की इंटीग्रेशन की है कॉन्सटेंट बाहर आ गया, VA/RC माइनस इंटू DT की इंटीग्रेशन T हो जाएगी। तो पूरे फिक्सड टाइम तक जो जो टाइम बीतता जाएगा इतने वोल्टेज इनक्रीज कर दी जाएगी। यदि तुम इक्वेशन बना लो आउटपुट की, है ना, टाइम के नाल यदि मैं इक्वेशन बना रहा आउटपुट वोल्टेज वर्सिस टाइम। ठीक है, तो स्लोप कितना आ जाना? -VA/RC के बराबर स्लोप आ जाना, है ना।
ਤੁਸੀਂ ਇੰਨਾ ਕਨਸਟੈਂਟ ਨੂੰ ਚਾਰਜਿੰਗ ਕਰ ਲਈ, ਫੁੱਲ ਸਾਈਕਲ ਚੱਲਿਆ 0000 ਤੋਂ 111144 ਵਿੱਚ। ਹੁਣ ਜਦੋਂ ਇਹ ਹੋ ਗਿਆ ਆਪਣੇ ਆਪ ਹੀ, ਇੱਕ ਵਾਰੀ ਜਦੋਂ ਕਾਊਂਟਰ 1111 ਤੋਂ 0000 ਜਾਂਦਾ ਹੈ, ਉਸੇ ਵੇਲੇ ਲੌਜਿਕ ਸਰਕਟ ਐਕਟਿਵ ਹੋ ਜਾਂਦਾ ਹੈ। ਜਦੋਂ ਇਹਦੀਆਂ ਚੇਂਜਸ ਆਉਂਦੀਆਂ 1111 ਤੋਂ 0000 ਲੌਜਿਕ ਸਰਕਟ ਐਕਟਿਵ ਹੋ ਜਾਂਦਾ ਹੈ ਤੇ ਲੌਜਿਕ ਸਰਕਟ ਇਹਨੂੰ ਇਹਦੇ ਨਾਲ ਜੋੜ ਦਿੰਦਾ ਰੈਫਰੈਂਸ ਨਾਲ। ਇਹ ਕਨਸਟੈਂਟ ਵੈਲਿਊ ਹੈ ਤੇ ਇਹ ਹੁਣ ਰੈਫਰੈਂਸ ਵੋਲਟੇਜ ਕੀ ਕਰਦੀ ਪਈ ਹੈ, ਇਹਨੂੰ ਡਿਸਚਾਰਜ ਕਰਨਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ, ਤਾਂ ਡਿਸਚਾਰਜ ਹੋਣਾ ਸ਼ੁਰੂ ਹੁੰਦਾ ਤੇ ਇਹ ਵਾਪਸ ਇੱਥੇ ਆ ਜਾਂਦਾ ਹੈ। ਠੀਕ ਹੈ, ਤੁਸੀਂ ਇਹ ਨੋਟ ਕਰਕੇ ਕਿ ਇੱਧਰ ਕਿੰਨਾ ਟਾਈਮ ਲੱਗਾ ਤੇ ਇਹ ਕਿੰਨਾ ਟਾਈਮ ਹੈ, ਉਹਦੇ ਕੋਰਸਪੋਂਡਿੰਗ ਜਦ ਤੱਕ ਦੁਬਾਰਾ ਨਹੀਂ ਚੱਲਦਾ, ਜਦ ਤੱਕ ਦੁਬਾਰਾ ਇੱਥੇ ਵੋਲਟੇਜ ਜ਼ੀਰੋ ਨਹੀਂ ਹੋ ਜਾਂਦੀ, ਇਹ ਜ਼ੀਰੋ ਤੱਕ ਨਹੀਂ ਪਹੁੰਚ ਜਾਂਦੇ, ਉਨੀ ਦੇਰ ਤੱਕ ਕਾਊਂਟਰ ਚੱਲਦਾ ਰਹੇਗਾ, ਉਨੀ ਦੇਰ ਤੱਕ ਇੱਥੇ ਡਿਸਪਲੇ ਆਉਂਦਾ ਰਹੇਗਾ 0000 ਹਰ ਪਲਸ ਦੇ ਅਕੋਰਡਿੰਗ। ਜਿੰਨੀ ਜ਼ਿਆਦਾ ਇੱਥੇ ਵੈਲਿਊ ਆ ਗਈ ਹੈ ਉਹ ਪ੍ਰਪੋਰਸ਼ਨਲ ਇਸ ਗੱਲ ਤੇ ਹੈ, ਇੱਥੇ ਜਿਹੜੀ ਵੈਲਿਊ ਹੈ ਉਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਦੇਰ ਕਾਊਂਟਰ ਚੱਲਿਆ, ਤੇ ਕਿੰਨੀ ਦੇਰ ਕਾਊਂਟਰ ਚੱਲਿਆ ਇਸ ਗੱਲ ਤੇ ਡਿਪੈਂਡ ਕਰਦਾ ਕਿ ਇਹਦੀ ਚਾਰਜਿੰਗ ਕਿੰਨੀ ਹੋਈ ਸੀ, ਤੇ ਇਹਦੀ ਚਾਰਜਿੰਗ ਕਿੰਨੀ ਹੋਈ ਸੀ ਇਸ ਗੱਲ ਤੇ ਡਿਪੈਂਡ ਕਰਦਾ ਸੀ ਕਿ ਐਨਾਲੌਗ ਵੋਲਟੇਜ ਕਿੰਨੀ ਜ਼ਿਆਦਾ ਸੀ। ਤਾਂ ਬੇਸਿਕਲੀ ਇੱਥੇ ਫਾਈਨਲ ਰੀਡਿੰਗ ਜਿਹੜੀ ਆਏਗੀ ਉਹ ਐਨਾਲੌਗ ਦੇ ਪ੍ਰਪੋਰਸ਼ਨਲ ਹੀ ਹੋਏਗੀ। ਤਾਂ ਦਿਸ ਇਜ਼ ਵਾਟ ਯੂ ਕਾਲ ਐਜ਼ ਡੂਅਲ ਸਲੋਪ ਐਨਾਲੌਗ ਟੂ ਡਿਜੀਟਲ ਕਨਵਰਟਰ। ਔਖਾ ਤੇ ਨਹੀਂ, ਸਮਝ ਆ ਗਿਆ? ਇਹ ਬੇਸਿਕਲੀ ਇੱਕੋ ਵਾਰੀ ਕਰਨ ਲਈ ਹੈ।